ਆਤਮਿਕ ਨਹੀਂ ਹੈਗਾ ਤਾਂ ਤੁਸੀਂ ਉਸੇ ਟਾਈਮ ਹੀ ਉਸ ਗੱਲ ਨੂੰ ਕੱਟ ਆਫ ਕਰੋਗੇ। ਤੁਹਾਡੇ ਹਿਰਦੇ ਦੇ ਵਿੱਚ ਇੱਕ ਪਰਮੇਸ਼ਰ ਦੇ ਵੱਲੋਂ ਆਵੇਗਾ, ਤੁਸੀਂ ਉਸ ਨੂੰ ਮਹਿਸੂਸ ਕਰੋਗੇ ਕਿ ਸੱਚਮੁੱਚ ਹੀ ਇਹ ਬੰਦਾ ਸਾਨੂੰ ਗਲਤ ਗਾਈਡੈਂਸ ਦੇ ਰਿਹਾ, ਪਰ ਫਿਰ ਵੀ ਅਸੀਂ ਉਹਨੂੰ ਖੁਸ਼ ਦੇਖਣ ਦੇ ਮਾਰੇ ਉਹਦੀ ਗੱਲ ਦੇ ਵਿੱਚ ਹੰਗਾਰਾ ਨਹੀਂ ਦੇਣਾ, ਕਿਉਂਕਿ ਜੇ ਦੇਵਾਂਗੇ ਤੇ ਉਹਦੇ ਜਿੰਨੇ ਅਪਰਾਧੀ ਅਸੀਂ ਬਣ ਗਏ। ਹਾਲੇਲੂਇਆ। ਕਿਉਂਕਿ ਉਹ ਤਾਂ ਅਪਰਾਧ ਦੇ ਵਿੱਚ ਫਸਿਆ ਹੈ। ਸੋ ਸਾਨੂੰ ਚਾਹੀਦਾ ਕਿ ਅਸੀਂ ਉਸ ਅਪਰਾਧ ਦੇ ਵਿੱਚ ਨਾ ਫਸੀਏ। ਸੱਚਮੁੱਚ ਜੇ ਅਸੀਂ ਆਤਮਾ ਤੇ ਸੱਚਾਈ ਦੇ ਨਾਲ ਪ੍ਰੈਕਟਿਸ ਦੇ ਵਿੱਚ ਜਾਵਾਂਗੇ ਨਾ, ਤੁਹਾਨੂੰ ਕਿਸੇ ਨੂੰ ਸੱਦਣ ਦੀ ਲੋੜ ਨਹੀਂ ਹੈਗੀ, ਕਿਸੇ ਦੇ ਤਾਬੇ ਕਰਨ ਦੀ ਲੋੜ ਨਹੀਂ ਹੈਗੀ ਕਿ ਤੂੰ ਇੱਧਰ ਨੂੰ ਆ, ਤੁਸੀਂ ਸਿਰਫ ਬੋਲਣਾ ਹੈ। ਔਰ ਸਾਰੀਆਂ ਭੇਡਾਂ ਪਰਮੇਸ਼ਰ ਦੀਆਂ ਚੁਣੀਆਂ ਹੋਈਆਂ, ਤੇ ਜਿਹੜੀਆਂ ਭੇਡਾਂ ਦੇ ਪਰਮੇਸ਼ਰ ਦੇ ਨੇੜੇ ਹੋਏ ਦਿਲ ਉਹਨਾਂ ਨੇ ਤੁਹਾਡੀ ਆਵਾਜ਼ ਸੁਣ ਕੇ ਤੁਹਾਡੇ ਕੋਲ ਆ ਜਾ। ਹਾਲੇਲੂਇਆ। ਕਿਵੇਂ ਆਉਣਗੀਆਂ ਉਹ ਭੇਡਾਂ? ਜੇਕਰ ਤੁਹਾਡੇ ਵਿੱਚ ਉਹ ਖੁਰਾਕ ਹੈਗੀ ਆ, ਤੁਹਾਡੇ ਵਿੱਚ ਉਹ ਬਰੂਦ ਹੈਗਾ ਜਿਹੜਾ ਬਾਹਰ ਰੁੱਲੇ, ਉਹਨਾਂ ਨੂੰ ਸਮੈਲ ਆਵੇ ਔਰ ਤੁਹਾਡੇ ਵੱਲ ਆਉਣ। ਬੰਦ ਪਈ ਪੇਟੀ ਦੇ ਵਿੱਚ ਕਿਸੇ ਚੀਜ਼ ਦੀ ਸਮੈਲ ਬਾਹਰ ਨਹੀਂ ਜਾਂਦੀ। ਬੰਦ ਪਈ ਡੱਬੀ ਦੇ ਵਿੱਚ ਜਾਂ ਬੰਦ ਪਈ ਪੇਟੀ ਦੇ ਵਿੱਚ ਕਿਸੇ ਵੀ ਚੀਜ਼ ਦੀ ਸਮੈਲ ਬਾਹਰ ਨਹੀਂ ਜਾਂਦੀ। ਮੰਨ ਲਓ ਪਾਊਡਰ ਦਾ ਢੱਕਣ ਲੱਗਾ ਹੈ, ਢੱਕਣ ਲੱਗੇ ਤੋਂ ਆਪਾਂ ਉਹਦੀ ਸਮੈਲ ਨਹੀਂ ਲੈ ਸਕਦੇ। ਕਿ ਲੈ ਸਕਦੇ ਹਾਂ? ਨਹੀਂ ਲੈ ਸਕਦੇ। ਜਦੋਂ ਅਸੀਂ ਉਹਦੇ ਤੋਂ ਲਿਫਾਫਾ ਮਾਰ ਦਿੰਦੇ ਹਾਂ, ਮੋਮੀ ਕਾਗਜ਼ ਦਾ ਢੱਕਾ ਕੱਢ ਦਿੰਦੇ ਹਾਂ, ਫਿਰ ਸਮੈਲ ਹੋਣੀ ਸ਼ੁਰੂ ਹੁੰਦੀ ਉਹਦੀ। ਹਾਲੇਲੂਇਆ। ਅੱਜ ਅਸੀਂ ਇਹ ਦੇਖਣਾ ਕਿ ਕਿਤੇ ਅਸੀਂ ਬੰਦ ਤਾਂ ਨਹੀਂ ਪਏ ਪੇਟੀ ਦੇ ਵਿੱਚ ਕਿ ਲੋਕ ਸਾਡੀ ਸਮੈਲ ਨੂੰ ਦੇਖਦੇ ਹੋਣ, ਕਿ ਸਮੈਲ ਆਵੇ, ਕਿ ਸਾਨੂੰ ਪਤਾ ਲੱਗੇ ਕਿ ਇਹ ਚੀਜ਼ ਕੀ ਆ। ਪਰਫਿਊਮ ਆ, ਪਾਊਡਰ ਆ, ਕੀ ਆ, ਪਾਸਟਰ ਆ, ਵੈਗਲੈਂਟ ਆ, ਪ੍ਰੋਫਿਟ ਆ, ਕੀ ਆ ਇਹ? ਜੇਕਰ ਅੱਜ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਡੱਬੀ ਦੇ ਵਿੱਚ ਵਰਤ ਰਹੇ ਹਾਂ, ਸਾਡੇ ਤੇ ਢੱਕਣ ਲੱਗਾ ਹੋਇਆ, ਤੇ ਉਸ ਢੱਕਣ ਨੂੰ ਖੋਲੋ ਕਿ ਤੁਹਾਡੀ ਸਮੈਲ ਉਹਨਾਂ ਤੱਕ ਜਾਵੇ, ਉਹ ਲੋਕ ਬਚਣੇ ਸ਼ੁਰੂ ਹੋਣ। ਖੋਲੋ ਉਸ ਨੂੰ, ਬਿਲਕੁਲ ਹੀ ਨਾ ਜਗੋ, ਨਾ ਘਬਰਾਓ। ਉਹ ਡੱਬੀ ਨੂੰ ਖੋਲੋ ਤੇ ਤੁਹਾਡੇ ਤੱਕ ਸਮੈਲ, ਲੋਕਾਂ ਤੱਕ ਸਮੈਲ ਜਾਵੇਗੀ। ਕਰਨਾ ਨਹੀਂ ਗੱਲ ਕਰ, ਲੋਕਾਂ ਤੱਕ ਤੁਹਾਡੀ ਸਮੈਲ ਜਾਵੇਗੀ ਤੇ ਦਿਨੋਂ ਦਿਨ ਪ੍ਰਤੀ ਦਿਨ ਦੇਖੋਗੇ ਤੁਸੀਂ ਤੁਹਾਡੇ ਮਗਰ ਲਗਾਤਾਰ ਇੱਕ ਵੱਡੀ ਭੀੜ ਖੜੀ ਹੋਵੇਗੀ। ਤੁਹਾਨੂੰ ਕੋਈ ਜ਼ਿਆਦਾ ਤੰਗੀ ਸਹਿਣ ਦੀ ਲੋੜ ਨਹੀਂ ਹੈਗੀ, ਕੋਈ ਮੁਸ਼ਕਲ ਸਹਿਣ ਦੀ ਲੋੜ ਨਹੀਂ ਹੈਗੀ। ਦੇਖਦਿਆਂ ਤੁਸੀਂ ਇੱਕ ਵੱਡੀ ਪ੍ਰੈਕਟਿਸ ਦੇ ਨਾਲ ਖੜੇ ਹੋ ਜਾਓਗੇ। ਹਾਲੇਲੂਇਆ। ਸੋ ਜੇ ਸਰਗਰਮ ਹੋ ਕੇ ਚੱਲਾਂਗੇ, ਅਸੀਂ ਗਰਮ ਹੋ ਕੇ ਚੱਲਾਂਗੇ, ਸਾਡੀ ਮੱਚਦੀ ਹੋਈ ਅੱਗ ਨੂੰ ਵੇਖ ਕੇ ਲੋਕ ਜਿਨ੍ਹਾਂ ਨੂੰ ਠੰਡ ਲੱਗਦੀ ਆ, ਠੰਡ ਦਾ ਮੀਨਿੰਗ ਜਿਹੜੇ ਬਿਮਾਰ ਆ, ਜਿਹੜੇ ਦੁਖੀ ਆ, ਜਿਹੜੇ ਜਗੜੇ ਹੋਏ ਆ, ਉਹ ਸੇਕ ਨੂੰ ਵੇਖ ਕੇ ਆਉਣਗੇ। ਉਹਨਾਂ ਨੂੰ ਵਿਸ਼ਵਾਸ ਹੋਵੇਗਾ ਕਿ ਅਸੀਂ ਇਸ ਸੇਕ ਦੇ ਕੋਲ ਜਾਵਾਂਗੇ ਤਾਂ ਅਸੀਂ ਚੰਗੇ ਹੋ ਜਾਵਾਂਗੇ। ਇਹਨੂੰ ਸੱਦਣ ਦੀ ਲੋੜ ਤਾਂ ਨਹੀਂ ਪਵੇਗੀ। ਨਹੀਂ। ਅੱਜ ਦੇ ਦਾਸਾਂ ਦਾ ਕੀ ਕੰਮ ਆ? ਮਿਹਨਤ ਨਹੀਂ ਕਰਦੇ ਉਹਨਾਂ ਦਾ ਕੰਮ ਕੀ ਆ? ਲੋਕਾਂ ਦੇ ਮਗਰ ਫਿਰਨਾ। ਦੇਖੋ ਪ੍ਰਭੂ ਯਿਸੂ ਮਸੀਹ ਦੇ ਵਚਨ ਤੇ ਕਿਹਾ ਹੋਇਆ ਕਿ ਚੰਗਿਆਂ ਭਲਿਆਂ ਨੂੰ ਨਹੀਂ, ਬਿਮਾਰਾਂ ਨੂੰ ਵੈਦ ਦੀ ਲੋੜ ਆ। ਤੇ ਅੱਜ ਵੈਦ ਕਿਹਦੇ ਕੋਲ ਤੁਰੇ ਫਿਰਦੇ? ਚੰਗੇ ਭਲਿਆਂ ਲੋਕਾਂ ਕੋਲ। ਚੰਗੇ ਭਲੇ ਲੋਕਾਂ ਕੋਲ ਕੌਣ ਤੁਰੇ ਫਿਰਦੇ ਆ? ਵੈਦ। ਤੇ ਜਿਹੜੇ ਬਿਮਾਰ ਉਹਦਾ ਇੱਕ ਪਾਸੇ ਬੈਠੇ ਆ। ਲੋੜ ਕਿਹਨਾਂ ਨੂੰ ਆ? ਵੈਦ ਦੀ। ਬਿਮਾਰਾਂ ਨੂੰ। ਕਿਉਂ ਉਹ ਪਾਸੇ? ਜੋ ਬਿਮਾਰ ਬੰਦੇ ਆ ਉਹਨਾਂ ਨੂੰ ਲੋੜ ਆ ਨਾ ਡਾਕਟਰ ਦੀ। ਚੰਗਾ ਭਲਾ ਦਾ ਤੁਰੇ ਨਹੀਂ ਫਿਰਦਾ। ਹਾਲੇਲੂਇਆ। ਅੱਜ ਦੇ ਦਾਸਾਂ ਦਾ ਕੀ ਕੰਮ ਆ? ਉਹ ਚੰਗਿਆਂ ਭਲਿਆਂ ਕੋਲ ਤੁਰੇ ਫਿਰਦੇ, ਬਿਮਾਰਾਂ ਨੂੰ ਪੁੱਛਦੇ ਕਿ ਕਾਹਦੋਂ ਨਹੀਂ ਪੁੱਛਦੇ? ਬਿਮਾਰਾਂ ਦੇ ਮਿਹਨਤ ਕਰਨੀ ਪਵੇਗੀ, ਮਿਹਨਤ ਅਸੀਂ ਕਰਨੀ ਨਹੀਂ। ਇਹ ਉਹ ਡੱਟੂਗਾ ਜਿਹੜੇ ਮੀਂਹ ਪੈ ਤੋਂ ਬਾਹਰ ਨਿਕਲਦੇ ਆ, ਜਿਹੜੀ ਕਿ 25 ਦਸੰਬਰ, ਗੁੱਡ ਫਰਾਈਡੇ, ਈਸਟਰ ਡੇ, ਮੀਂਹ ਪੈ ਤੋਂ ਬਾਹਰ ਨਿਕਲਣ ਵਾਲੇ ਡੱਟੂ ਆਏ। ਅਸੀਂ ਇਹਨਾਂ ਡੱਟੂਆਂ ਵਰਗੇ ਨਹੀਂ ਬਣਨਾਗਾ ਕਿ ਜਿਹੜੇ ਮੀਂਹ ਪੈ ਤੋਂ ਬਾਹਰ ਨਿਕਲਦੇ। ਅਸੀਂ 24 ਘੰਟੇ ਬਾਹਰ ਰਹਿਣਾ। ਹਾਲੇਲੂਇਆ। ਕਿਹੜੇ ਡੱਟੂ ਆ ਉਹ? ਹਾਂ,
ਆਪਾਂ ਕੋਈ ਲੋਕ ਕੇ ਨਹੀਂ ਕਹਿ ਰਹੇ, ਡਰ ਕੇ ਨਹੀਂ, ਕਿਉਂਕਿ ਸੱਚ ਦਾ ਪ੍ਰਚਾਰ ਆ ਉਹ ਕਰਨਾ ਆਪਣੀ ਡਿਊਟੀ ਆ। ਇਹ ਜਿਹੜੀ ਵੀਡੀਓ ਆ ਇਹ ਆਪਣੀ ਆਰਐਨਐਸ ਟੀਮ ਦੇ ਵਿੱਚ ਜਾਵੇਗੀ ਤੇ ਆਨਲਾਈਨ ਹੀ ਚੱਲਣੀ ਹੈ। ਭਾਜੀ ਉਹਨਾਂ ਨੇ ਗਾਂ ਭੇਜੇ ਨੇ, ਸਾਰੇ ਦੇਖਣਗੇ। ਆਪਾਂ ਉਹਨਾਂ ਡੱਡੂਆਂ ਅੱਗੇ ਨਹੀਂ ਬਣਨਾਗਾ ਜਿਹੜੇ ਮੀਂਹ ਪੈਣ ਤੋਂ ਬਾਹਰ ਨਿਕਲਦੇ ਆ, ਜਿਵੇਂ 25 ਦਸੰਬਰ, ਗੁੱਡ ਫਰਾਈਡੇ, ਈਸਟਰ ਡੇ। ਕਿਉਂ ਉਦੋਂ ਡੋਨੇਸ਼ਨ ਲੈਣੀ ਹੁੰਦੀ ਆ। ਸ਼ੋਭਾ ਯਾਤਰਾ ਕੱਢਣੀਆਂ ਘਰਾਂ ਦੇ ਵਿੱਚ ਜਾ ਜਾ ਕੇ, ਪਿੰਡਾਂ ਦੇ ਵਿੱਚ ਜਾ ਜਾ ਕੇ। ਅਸੀਂ ਸਿਰਫ ਆਪਦੇ ਪਿੰਡ 'ਚ ਹੀ ਕੱਢਦੇ ਹੋਏ ਨੇ, ਹਾਲੇਲੂਇਆ। ਅਸੀਂ ਸਿਰਫ ਆਪਦੇ ਪਿੰਡ 'ਚ ਹੀ, ਆਪਦੇ ਘਰਾਂ 'ਚ ਕੱਢਣੀ। ਅਸੀਂ ਸਾਡੇ ਇੱਥੋਂ ਦੇ ਹੁੰਦੇ ਵਿਸ਼ਵਾਸੀ, ਅਸੀਂ ਇੱਥੇ ਹੀ ਕੱਢਦੇ ਹੋਏ ਨੇ, ਹਾਲੇਲੂਇਆ। ਸਾਡੀ ਹਰ ਦਿਨ 25 ਦਸੰਬਰ ਆ, ਇੱਕ ਪਰਮੇਸ਼ਰ ਦੇ ਲਈ ਕੋਈ ਨਵੀਂ ਯੋਜਨਾ, ਕੋਈ ਨਵੀਂ ਸਕੀਮ ਆ ਜਿਹੜੀ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ। ਸਾਡੀ ਹਰ ਰੋਜ਼ 25 ਦਸੰਬਰ ਹੁੰਦੀ ਆ, ਪਰ ਮੈਂ ਤੁਹਾਡੇ ਵਿੱਚ ਇਹੀ 25 ਦਸੰਬਰ ਦੇਖਣਾ ਚਾਹੁੰਦਾ ਕਿ ਤੁਹਾਡੀ ਹਰ ਰੋਜ਼ ਹੀ 25 ਦਸੰਬਰ ਹੋਵੇ। ਹਰ ਰੋਜ਼ ਤੁਸੀਂ ਦੇਖੋ ਘਰੇ ਬੈਠੇ, ਘਰ ਦੇ ਵਿੱਚ ਬੈਠੇ ਪਰਮੇਸ਼ਰ ਦਾ ਕੰਮ ਕਰ ਸਕਦੇ ਆ ਤੁਸੀਂ। ਉਹ ਤੁਹਾਡੇ ਬੈਠਣ ਵਾਲੇ ਕੰਮ ਨੇ, ਤੁਹਾਨੂੰ ਲੋਕਾਂ ਦੇ ਵਿੱਚ ਸਾਹਮਣੇ ਲੈ ਆਉਂਦੇ। ਦੇਖੋ ਕਿੰਨਾ ਸੌਖਾ ਕੰਮ ਆ। ਅੱਜ ਮੋਬਾਈਲ ਆ ਸਾਡੇ ਕੋਲ ਘਰ 'ਚ, ਨੈਟਵਰਕ ਦੇ ਰਾਹੀਂ ਅਸੀਂ ਲੋਕਾਂ ਦੇ ਵਿੱਚ ਪਰਫੈਕਟ ਹੋ ਸਕਦੇ ਹਾਂ, ਮਸ਼ਹੂਰ ਹੋ ਸਕਦੇ ਹਾਂ। ਅਸੀਂ ਲੋਕ ਸਾਨੂੰ ਜਾਣਨਗੇ, ਅੰਦਰ ਬੈਠਿਆਂ ਨੂੰ ਵੀ ਜਾਣਨਗੇ ਲੋਕ ਤੁਹਾਨੂੰ, ਪਰ ਉਹਦੇ ਲਈ ਵੀ ਮਿਹਨਤ ਕਰਨੀ ਪੈਣੀ ਹੈ। ਹਾਲੇਲੂਇਆ। ਉਹਦੇ ਲਈ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ। ਜੇ ਘਰ ਦੇ ਵਿੱਚ ਤੁਸੀਂ ਮੋਬਾਈਲ ਤੇ ਵੀ ਆਪਦੇ ਆਪ ਨੂੰ ਲੋਕਾਂ ਦੇ ਵਿੱਚ ਲਿਆਉਣਾ ਨਾ, ਤੇ ਉਹਦੇ ਲਈ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ। ਕਿਵੇਂ? ਜੇ ਤੁਹਾਨੂੰ ਵਚਨ ਬਾਰੇ ਗਿਆਨ ਹੈਗਾ, ਵਚਨ ਬਾਰੇ ਜਾਣਦੇ ਆ, ਤੁਸੀਂ ਲੋਕਾਂ ਨੂੰ ਦੱਸੋਗੇ। ਜੇ ਤੁਹਾਨੂੰ ਇਹ ਨਹੀਂ ਪਤਾ ਕਿ ਵਚਨ ਹੁੰਦਾ ਕੀ ਆ, ਤੇ ਫਿਰ ਤੁਸੀਂ ਲੋਕਾਂ ਨੂੰ ਕੀ ਦੱਸੋਗੇ? ਤੁਹਾਡੇ ਵਿਚਾਰਾਂ ਨੇ, ਤੁਹਾਡੀਆਂ ਸੋਚਾਂ ਨੇ ਲੋਕਾਂ ਨੂੰ ਤੁਹਾਡੇ ਵੱਲ ਖਿੱਚਣਾ। ਤੁਹਾਡੇ ਵਿਚਾਰਾਂ ਨੇ ਜਿਹੜੇ ਤੁਸੀਂ ਲੋਕਾਂ ਨੂੰ ਦਿਓਗੇ, ਉਹਨਾਂ ਨੇ ਖਿੱਚਣਾ ਹੈ ਤੁਹਾਡੇ ਵੱਲ। ਉਹਨਾਂ ਨੂੰ ਦੇਖੋ, ਜੇ ਆਪਾਂ ਕਹਿ ਦਈਏ ਪਹਿਲੇ ਦਿਨ ਅਸੀਂ ਮਿਨਿਸਟਰੀ ਸ਼ੁਰੂ ਕਰਦੇ ਹਾਂ, ਸਾਨੂੰ ਕੋਈ ਨਹੀਂ ਜਾਣਦਾ ਹੁੰਦਾ। ਮੈਂ ਤੇ ਮੇਰੀ ਵਾਈਫ ਨੇ, ਅਸੀਂ ਦੋਨਾਂ ਨੇ ਸੇਵਾ ਸ਼ੁਰੂ ਕੀਤੀ ਸੀ। 3-4 ਮਿੰਟ ਬਾਅਦ ਅਸੀਂ ਦੋਨੇ ਤਿੰਨੇ ਜਣੇ ਪ੍ਰੇਰ ਕਰਦੇ ਰਹੇ। ਹੌਲੀ ਹੌਲੀ 2 4 6 8 10 ਵਾਧੂ ਹੋ ਗਏ। ਫਿਰ ਤੇ ਅੱਜ ਰੱਬ ਦੀ ਕਿਰਪਾ, ਜਿਹੜੀਆਂ ਪਾਸੇ ਵਾਲੀਆਂ ਕਲੀਚੀਆਂ ਵਾ ਉਹਨਾਂ ਨੂੰ ਆਪਾਂ ਛੇੜਦੇ ਨਹੀਂ, ਅਸੀਂ ਉਹਨਾਂ ਦੇ ਦੁਆਰਾ ਉੱਥੇ ਹੀ ਮੀਟਿੰਗਾਂ ਕਰ ਲੈਂਦੇ ਹਾਂ। ਜਿਵੇਂ ਗੰਗਾ ਨਗਰ ਵਾਲੀ ਸਾਈਡ, ਅਬੋਹਰ ਵਾਲੀ ਸਾਈਡ, ਇੱਧਰ ਇਕੱਠੀਆਂ ਘਰ ਵਾ ਨਵੇਂ ਘੇਰੇ, ਨਾ ਤਾਂ ਲੋਕ ਪਰੇਸ਼ਾਨ ਹੋਣ, ਨਾ ਆਪਾਂ ਹੋਈਏ। ਨੇੜੇ ਨੇੜੇ ਵਾਲੀ ਕਲੀਚੀਆਂ ਨੂੰ ਆਪਾਂ ਕਵਰ ਕਰੀ ਉਹਨੇ ਜਿੰਨੇ ਆਪਦੀ ਆ ਉਹ ਆ ਜਾਣ। ਤੇ ਇਹ ਵੀ ਪਰਮੇਸ਼ਰ ਦੀ ਕਿਰਪਾ ਹੈ। ਬਿਨਾਂ ਸੱਦੇ ਤੋਂ ਪਰਮੇਸ਼ਰ ਦੀਆਂ ਭੇਡਾਂ ਜਿਹੜੀਆਂ ਉਹਨੂੰ ਪ੍ਰੇਮ ਕਰਦੀਆਂ ਆਟੋਮੈਟਿਕਲੀ ਇਸ ਜਗ੍ਹਾ ਤੇ। ਹਾਲੇਲੂਇਆ। ਜੇ ਗੱਲ ਇਹ ਆ ਕਿ ਜੇਕਰ ਸਾਡੇ ਵਿੱਚ ਕੁਛ ਹੈ, ਸਾਡੀ ਸਮੈਲ ਜਾ ਰਹੀ ਆ ਬਾਹਰ, ਤੇ ਆਟੋਮੈਟਿਕਲੀ ਉਸ ਸਮੈਲ ਨੂੰ ਦੇਖ ਕੇ ਆਉਣਾ ਤੁਹਾਡੇ ਵੱਲ। ਕਿਉਂਕਿ ਜਿਹੜੀਆਂ ਭੇਡਾਂ ਹੈ, ਬੱਕਰੀਆਂ, ਉਹ ਘਾਹ ਦੀ ਸਮੈਲ ਲੈ ਕੇ ਜਾਂਦੀਆਂ ਕਿ ਇਸ ਪਾਸੇ ਨੂੰ ਘਾਹ ਹੋਊਗਾ। ਥੋੜਾ ਜਿਹਾ ਦੱਸਿਆ ਫਿਰ ਵੱਡੀ ਲੋਕੀ ਦੇਖ ਲਈ, ਥੋੜਾ ਜਿਹਾ ਦੱਸਿਆ ਫਿਰ ਵੱਡੀ ਦੇਖ ਲਈ। ਫਿਰ ਇੱਕ ਦਿਨ ਪੂਰੀਆਂ ਹੀ ਰੱਜ ਗਏ, ਉਹਨਾਂ ਨੂੰ ਪੂਰੀ ਲੋਕੀ ਮਿਲ ਜਾਂਦੀ ਵੱਡੀ। ਚਰੀ ਜਾਂਦੀਆਂ ਮੁੱਕਦੇ ਨਹੀਂ। ਹਾਲੇਲੂਇਆ। ਇਸੇ ਤਰ੍ਹਾਂ ਸੇਮ ਹੀ ਸਾਡੇ ਨਾਲ ਹੋਊਗਾ। ਇੱਕ ਦਿਨ ਪਰਮੇਸ਼ਰ ਤੁਹਾਨੂੰ ਹਰੀਆਂ ਵਾਦੀਆਂ ਦੇ ਵਿੱਚ ਲੈ ਜਾਵੇਗਾ। ਜ਼ਬੂਰਾਂ ਦੇ ਵਿੱਚ ਅਸੀਂ ਪੜ੍ਹਦੇ ਵੀ ਹਾਂ ਨਾ ਕਿ ਉਹ ਸਾਨੂੰ ਹਰੇ ਹਰੇ ਘਾਹ ਦੀਆਂ ਚਰਾਵਾਂ ਦੇ ਵਿੱਚ ਲੈ ਕੇ ਜਾਵੇਗਾ। ਹਾਲੇਲੂਇਆ। ਉਹ ਹਰੀਆਂ ਵਾਦੀਆਂ ਫਿਰ ਵੀ ਭੇਡਾਂ ਦੇਖਣਗੀਆਂ। ਪਹਿਲਾਂ ਉਹ ਹਰੀ ਵਾਦੀ ਦੀ ਸਮੈਲ ਸਾਡੇ ਕੋਲ ਹੋਣੀ ਚਾਹੀਦੀ ਹੈ। ਅਸੀਂ ਮੇਨ ਆ, ਪਰਮੇਸ਼ਰ ਨੇ ਸਾਨੂੰ ਚੁਣਿਆ ਹੋਇਆ, ਠਹਿਰਾਇਆ ਹੋਇਆ। ਲੋਕ ਤਾਂ ਹੋਰ ਵੀ ਬਹੁਤ ਸਾਰੇ ਆਪਣੇ ਸਾਰਿਆਂ ਦੇ ਨਗਰਾਂ ਦੇ ਵਿੱਚ ਤੁਹਾਡੇ ਸਾਡੇ ਕਿੰਨੇ ਆ। ਸਾਨੂੰ ਹੀ ਕਿਉਂ ਚੁਣਿਆ ਉਹਨੇ ਇਸ ਕੰਮ ਲਈ? ਹਾਲੇਲੂਇਆ। ਸਾਨੂੰ ਹੀ ਉਹਨੇ ਕਿਉਂ ਚੁਣਿਆ ਇਸ ਕੰਮ ਲਈ? ਦਿਮਾਗ ਦੇ ਵਿੱਚ ਇਸ ਗੱਲ ਨੂੰ ਸੀਰੀਅਸ ਲਓ ਕਿ ਕਿੰਨਾ ਨੇੜੇ ਅਸੀਂ ਪਰਮੇਸ਼ਰ ਦੇ। ਉਹਨੇ ਸਾਨੂੰ ਹੀ ਕਿਉਂ ਚੁਣਿਆ? ਮੰਨ ਲਓ ਅੱਜ ਦੇ ਸਮੇਂ ਲਈ ਲਾਓ, ਆਪਾਂ ਹੀ ਕਿਉਂ ਇੰਨੇ ਕੁ ਜਣੇ, ਹੋਰ ਕੋਈ ਨਹੀਂ ਆ ਗਿਆ? ਹਾਲੇਲੂਇਆ। ਸਾਨੂੰ ਸੋਚ ਲੈਣਾ ਚਾਹੀਦਾ ਕਿ ਅਸੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਕਿੰਨੇ ਖਾਸ ਹਾਂ।
जो सानू ऑफर मिले, जो सानू अज का ऑफर मिले। किन्ने खास आसे इस जगह दे असीं नहीं जानते कि उसकी योजना की आ साडे जीवनां दे विच, पर हमेशा ही उन्हें चंगा ही किया अपने बच्चों का, कदे भी माड़ा नहीं किया। माड़ा कदों करता है जदों असीं उसनूं तुच्छ जानन लग पैंदे हां, जदों असीं परमेश्वर नूं छड्ड के दुनियावी चीज़ों के नाल प्रेम करन लग पैंदे हां। यूट्यूब की पुस्तक दे विच इह भी लिखिआ, संसार दे नाल प्रेम करना, परमेश्वर दे नाल वैर रखना। देखो वो कहना मेरे नाल ओहदी दुश्मनी आ जिहड़ा बंदा संसार नूं प्रेम करदा, दुनियावी चीज़ों के नाल प्रेम करदा, मेरे तो पहला कहना दुनियावी चीज़ों नूं पहल दिंदा है, कहता वो मेरा वैरी है, कहता मैं उहदे नाल की रखदा है वैर। हालेलुया। और जो असीं मत्ती दे विच देखदे हां, उत्थे कहंदा जदों तूं सेवा दे लई निकले, ना तेरे कोल बटुआ, ना झोला, ना जुत्ते कुछ भी ना ले। अज असीं देखदे हां जदों दास सेवा करन जांदे की लेके जांदे, आपां देखदे ही हां। ठीक है, पैसा जरूरी है, प्रभु को नहीं पता कि असीं पैदल जाते थे, मोटरसाइकिलों से जाते हैं। पर एडा ना बड़ूगा लीए कि पुठियां सीधियां गल्लां करके वो असीं सारा ही भर लेंगे, इदां दा बड़ूगा अपने कोल नहीं चाहिए। हालेलुया। चाहिए नहीं चाहिए। बड़ूआ लो, वो बड़ूआ लो जिहदे विच कली तुहाडी बरकत ही तुहाडी जेब च पवे। लोकां दी बरकत ना इकट्ठी करो। हालेलुया। साडा स्काउट होना चाहिए जिथे भी असीं जाइए कि असीं जा रहे हैं, साडे द्वारा कम से कम ज्यादा लोग तो नहीं, सिर्फ 4-5 दिनों की जिंदगी का बदले साडे बोलण दे नाल। सानूं कंपीटीशन होना चाहिए अपनी जुबान से कि साडे विच परमेश्वर का समर्थ आ कि असीं बोलांगे, ज्यादा नहीं तो 5-6 बंदियां की जिंदगी तब्दील होगी। साडे विच कंपीटीशन होना चाहिए, सानूं एक दलेरी होनी चाहिए कि परमेश्वर ने साडे विच समर्थ दिता होया है। आ गई ना जनाब वचन पढ़िया सी, कहता मंगदे तां है मिलदा नहीं, क्योंकि बदनीति दे नाल मंगदे हैं। असीं बोलदे तां है पर हुंदा नहीं, क्यों नहीं हुंदा? क्योंकि असीं दिलों विश्वास नहीं करते कि साडे करदे नाल इदां ही होवेगा। जिस दिन तो काम लग पे उसे तरह ही होवेगा जिवें सोचोगे। हालेलुया। उस दिन तो उदां ही होवेगा जिद्दां तुसीं सोचोगे या कहोगे या करोगे, उसी तरह होवेगा सेम। एक चीज की बाहर नहीं जाएगी तुहाडे मुंहां तो बिना। और जिस जगह पे तुसीं चर्च स्टार्ट की है, जिस जगह पे तुसीं प्रार्थना स्टार्ट करोगे, वो जगह ऑटोमैटिकली अभिषेक हो जानी है। ऑटोमैटिकली ही अभिषेक हो जानी है। मान लो एक अपने इहदी उदाहरण लेने नाले एक गवाही भी आ। इस जगह कोई भी इंसान जो दुष्ट आत्मा का जगड़िया होता ना, ऑटोमैटिकली 5-7 मिनटा बाद उसकी गेम गर्म हो जाती है। आपकी जगह नाल लेना, इन्हें 2-3 चमत्कार देखे भी है इतने होते, ऑटोमैटिकली गेम गर्म हो जानी है, क्योंकि परमेश्वर का समर्थ है इस जगह पर। और मैं भी इस गल का मैंने पूरा विश्वास है कि असीं ना भी होइए तो प्रभु जी 24 घंटे परमेश्वर का आत्मा इत्थे ड्यूटी देता है इस जगह पे। सानूं पूरा विश्वास है, मैं महसूस करना है। एक तां हुंदा ना दास मेरी कलीसिया नूं कहंदे तुहाडे आउण तो पहलां 5 मिनट पवित्र आत्मा आ गया सी इत्थे। नहीं, वो सदा ही साडे नाल आ। पवित्र आत्मा किहड़ा रिश्तेदारी ते आ जांदा मिलना भी मैं मिल के आ जाऊंगा, नहीं, वो सदा लई मिलिया सानूं। मैं 2-3 प्रचारों के सुनिया भी, आप नाम नहीं लवांगे, वो कहते कि मैं हजे चर्च के आया ही सीगा कि मेरे तो आने तो 5 मिनट पहला ही पवित्र आत्मा आया इस जगह पे। उन्हें मैंने आह गल कही कि मैं तुहानूं दसां, नहीं इदां नहीं होंदा। पवित्र आत्मा तो पहले ही मौजूद है, ऑलरेडी मौजूद है इत्थे। मैं तुहानूं दस रहा कि साडे 24 घंटे इस जगह ते समानता परमेश्वर दा।
24 घंटे और ਤੁਹਾਡੇ ਵੀ जिस जगह ਤੇ बैठ के ਤੁਸੀਂ डेली प्रेयर करते हो ਇਹਨੂੰ ਬਾਹਰ ਲੈ ਜਾਓ जिस जगह ਤੇ ਬੈਠ ਕੇ ਤੁਸੀਂ डेली प्रेयर करते हो डेली ਤੁਸੀਂ ਰੱਬ ਨੂੰ ਧਿਆਉਂਦੇ ਹੋ जिस जगह ਤੇ ਬੈਠ ਕੇ ਉਸ ਜਗ੍ਹਾ ਤੇ ਸਮਰਥ ਰਹੇਗਾ ਕੋਈ ਆਮ ਬੰਦਾ ਨਹੀਂ ਉੱਥੇ ਬਹਿ ਸਕਦਾ और जे ਉਹਦੇ ਵਿੱਚ ਕੋਈ ਪ੍ਰੋਬਲਮ ਹੋਈ ਤੇ ਨਾਲ ਦੀ ਨਾਲ ਹੀ ਬਾਹਰ ਆਊਗੀ 5-10 ਮਿੰਟ ਬੈਠੂਗਾ ਬਾਅਦ ਚ ਉਹਨੂੰ ਘੁੱਟਣ ਮਹਿਸੂਸ ਹੋਊਗੀ ਕਿ ਮੈਂ ਆ ਕਿਉਂ ਗਿਆ ਇੱਥੇ ਹਾਲੇਲੂਇਆ ਇਹ ਆਤਮਾ ਦੇ ਦੁਆਰਾ ਕੰਮ और जे तुसी भी आत्मा के द्वारा काम करोगे तो सचमुच कहना कि दूसरे चेलियां दे वांगू भेडां नूं तितर-बितर करन दी नहीं लोड़ ऑटोमैटिक ही तुहाडे मगर वड्डियां भीड़ां खड़ियां होणगीਆਂ अज दे जिहड़े चेले आ तितर-बितर कर रहे भेडां कर रहे कि नहीं कर रहे बहुत मिनिस्ट्रियां दे विच असीं देख रहे हैं ये मैसेज भी आ रहे हैं इस किसी दे विच कॉन्फ्रेंस दी नाल मैं गल भी कीती है कि आपां मीटिंग करिए कि अलग-अलग जिल੍ਹਿਆਂ ਦੇ ਵਿੱਚ ਆਪਾਂ नोटिफिकेशन भेज के दस कि वो समा आ गया जिहदे सानू सारिਆਂ ਨੂੰ इकट्ठे रहन की लोड़ आ और एक दूसरे ਨੂੰ ਮੋਢੇ ਨਾਲ ਮੋਢਾ ਲਾ ਕੇ ਖੜਾ ਕਰਨ ਦੀ ਲੋੜ ਆ ਨਾ ਕਿ ਪਿੱਛੇ ਖਿੱਚਣ ਦੀ ਹਾਲੇਲੂਇਆ ਅੱਜ ਲੋੜ ਆ ਸਾਨੂੰ ਵਚਨ ਵੀ ਕਹਿੰਦਾ ਕਿ ਕਿੰਨਾ ਚੰਗਾ ਹੈ ਕਿ ਭਰਾ ਰਲ ਕੇ ਰਹਿਣ फिर ਅਸੀਂ ਵਚਨ ਨੂੰ ਫੋਲੋ ਕਰੀਏ ਉਸ ਨੂੰ ਅੱਜ ਸਾਨੂੰ ਸਾਰਿਆਂ ਨੂੰ ਰਲ ਕੇ ਰਹਿਣ ਦੀ ਲੋੜ ਆ ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਰਹਿਣ ਦੀ ਲੋੜ ਆ ਆਤਮਾ ਦੇ ਵਿੱਚ ਹੋ ਕੇ ਪੂਰੀ ਗੱਲ ਹੋਣ ਦੀ ਲੋੜ ਆ ਤੇ ਤੁਸੀਂ ਦੇਖਿਓ ਤੁਹਾਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਪਵੇਗੀ ਪਹਿਲੀ ਗੱਲ ਆ ਤੁਸੀਂ ਅੱਜ ਤੋਂ ਹੀ ਆਪਦੇ ਜੀਵਨਾਂ ਦੇ ਵਿੱਚ ਆਪਦੀਆਂ ਮਨੈਕਟਰੀਆਂ ਦੇ ਵਿੱਚ ਜਿੰਨੇ ਕੁ ਤੁਸੀਂ ਆਏ ਆ ਚੇਂਜ ਦੇਖੋਗੇ ਤੁਸੀਂ ਆਪ ਹੀ परमेश्वर के कामों को देखोगे तुसी मैनू तो कहने की लोड़ नहीं पैनी दसन दी तुसी आप दसना मैनू कि भाजी आह चमत्कार होने शुरू हो गया क्योंकि ओ परमेश्वर ओ महान राजा का राजा प्रभु यीशु नासरी हर समय मेरे नाल रहते हैं उन्होंने एक मिनट भी गल्लां नहीं छड्डदे परमेश्वर के डिवाइन हेल्पर दिते हुए आ जिहड़े 24 घंटे अपनी राखी करते हैं तुहाडी भी ते मेरी भी ਜਦੋਂ ਕਈਆਂ ਦੇ ਵਿੱਚੋਂ ਮੈਂ ਦੋਸਤ ਆਪਣੇ ਕਰਦਾ ਨਾ ਪਰਮੇਸ਼ਰ ਦੇ ਨਾਮ ਦੇ ਵਿੱਚ ਔਰ ਉਹਨਾਂ ਨੂੰ ਪੁੱਛਦਾ ਉਹਨਾਂ ਤੋਂ ਕੀ ਦੀਦਾ ਕਈਆਂ ਨੂੰ ਡਿਵਾਈਨ ਹੈਲਪਰ ਦੀਦੇ ਆ ਕਈਆਂ ਨੂੰ ਪ੍ਰਭੂ ਯਿਸੂ ਨਾਸਰੀ ਜੀ ਦੀਦੇ ਆ ਫਿਰ ਇਹਦਾ ਮਤਲਬ ਹੈ ਕਿਉਂਕਿ ਦੋਸਤ ਆਪਣੇ ਦੇਖ ਸਕਦੇ ਉਹਨਾਂ ਨੂੰ ਅਸੀਂ ਡਾਇਰੈਕਟਲੀ ਨਹੀਂ ਦੇਖ ਸਕਦੇ ਅਸੀਂ ਮਹਿਸੂਸ ਕਰ ਸਕਦੇ ਹਾਂ ਦੋਸਤ ਆਦਮੀ ਉਹਨਾਂ ਨੂੰ ਦੇਖ ਸਕਦੇ ਆ ਉਹ ਮਹਿਸੂਸ ਕਰਦੇ ਆ ਮਨ ਦੇਖਦੇ ਆ ਉਹਨਾਂ ਨੂੰ ਉਹ ਹੀਲਰ ਹੁੰਦੀ ਆ ਜਦੋਂ ਉਹ ਸੜਦੇ ਆ ਫਿਰ ਉਹਦੇ ਨਾਲ ਹਾਲੇਲੂਇਆ ਪਿੱਛੇ ਜੇ ਇੱਕ ਭੈਣ ਆਈ ਸੀ ਉਹਦੇ 'ਚ 6 ਸੀਗੀਆਂ ਭੂਤਾਂ ਉਹਦੇ ਤੇ ਉਹ ਇੱਥੇ ਆ ਕੇ ਬਹਿ ਗਈ ਉਹ ਮੈਂ ਤਾਂ ਹਜੇ ਗੱਲਾਂ ਹੀ ਕਰੀ ਜਾਂਦਾ ਸੀ ਉਹਦੇ ਨਾਲ ਤੇ ਉਹ ਚੱਲ ਪਿਆ ਕੰਮ ਹੋ ਗਿਆ ਸਟਾਰਟ ਰਿਸ਼ਤੇਦਾਰ ਸੀਗੇ ਉਹ ਮਸੀਹ ਚ ਨਹੀਂ ਸੀਗੇ ਫਿਰ ਉਹਨਾਂ ਦੀ ਤੌਬਾ ਕਰਾਈ ਨਾਲੇ ਉਹਨਾਂ ਨੂੰ ਅਸੀਂ ਤੇ ਦੱਸਿਆ ਕਿ ਤੁਸੀਂ ਫੇਰ ਆ ਗਏ हाँ जगह भी सी होते थे हालेलुया कि कहने का मतलब यह आ कि तुहाडे कहने तो बिना ही परमेश्वर के डिवाइन हेल्परां ने अपना काम करना स्टार्ट कर देना वो जानता है वो कदे भी तुहानूं लाजत नहीं होण देऊगा पर क्यों कब नहीं होण देऊगा सानूं भी उहदे विच हो के चलना पऊगा फिर वो साडी हर एक गल दा ध्यान रखूगा हालेलुया आह तो मिनिस्ट्री सौखी है बहुत ज्यादा मैं तुहानूं दसदा मैं मिनिस्ट्री किवें शुरू कीती दिहाड़ियां कर करके आलोपे भी नहीं जानते पल्लेदारां दे नाल दिहाड़ी जा जा के मैं सेवा करदा सी 6 दिन काम करना वो पैसे बना के उही पैसे मैं मिनिस्ट्री ते लाउणे और मैनूं रिश्तेदार भी कहते होंदे जे छड्ड दे घरां तों तैनूं की पता जवाब तां तेरे धोखे मारदे आ पर मैं आपदे फायदे लई नहीं मिनिस्ट्री कर रहा और साडे भी दिल दे विच सारिआं ते यही चाहिदा आपदी लाइफ लई नहीं कि साडी लाइफ वधिया लगे इहदे लई असीं इह देखना कि असीं लोकां नूं किन्निआं नूं वधिया बना रहे हैं किन्ने लोग साडे द्वारा बच रहे हैं जो परमेश्वर की हजूरी दे विच नोट हो रहे हैं जिन्हां दा सानूं गिफ्ट मिलेगा ये देखना सी कि किन्ने लोग अज साडे द्वारा शैतान के बंधनां तो आजाद हो रहे हैं आपकी लाइफ को छड्डो वो परमेश्वर की जिम्मेदारी है तुहाडा ध्यान रखूगा और जदों तुसीं उहदे ते सिर दोगे ते सच मन चों ध्यान भी रखूगा तुहाडा कोई भी तुहानूं प्रॉब्लम परेशानी नहीं आवेगी फिर भुल जाओ कि तुहाडा सिर भी दुख जाए तुहानूं मैं दसां मैनूं 5 दिन बन प्या रहा
ना मैनू लैटरिन आवे ना मैनू बाथरूम आ, कुछ नहीं आउंदा। 5 दिन बंद पिया रहा मैनू, देखो कितनियां भयानक बीमारियां लग जांदियां, पर मैनू पता सीगा कि मेरा परमेश्वर आ, मैनू कुछ नहीं हो दिंदा। ते बिना दवाई तो मैं प्रेयर करनी नहीं छड्डी, ते 6वें दिन मैं फिर उदां दा ही जिद्दां दा सीगा, कोई इन्फैक्शन नहीं, कुछ नहीं। ये थोड़े दिनों की गल ही अज 15-16 दिन हो गए। जे बेटा तू मेरे विच बनिया रहेगा तो मैं तेरे विच बनिया रहांगा। फिर उन्हें पिता नाल वादा कीता, कहता हे पिता, जिस तरह मैं तुहाडे विच बनिया तुसीं मेरे विच, और कहता ये बच्चे मेरे विच बने आ ते मैं इन्हां दे विच बनिया रहांगा। देखो परमेश्वर के हजूर दे विच भी प्रभु यसू मसीह ने ये रिक्वेस्ट की सी, वो बनना चाहता है। आप कहते तू रहते प्रभु हजे बहुत समा पिया है, अजे कर तो पाप हो सानू। कलीसिया की भी यही सोच आ, रब के दासां की भी। अज 100 के विचों 40% मिनिस्ट्रियां हैं जिहड़ियां आत्मा के द्वारा चलदियां, 60% मिनिस्ट्रियां वो आ जिहड़ियां शैतान का साथ दिंदियां ते शैतानी फौजां नूं की कर रहीआं, तैयार कर रहीआं, शैतान दे लई फौज नूं तैयार कर रहीआं, क्योंकि वो पाप कर रहे आ। उन्हां ने शैतानी फौज दे विच ही भर्ती होना एक दिन। हालेलुया। और असीं 40% दे विच दाखल होना है, 60% दे विच। साडी सोच ये चाहिए है कि प्रभु असीं 40% वाली गिनती दे विच चाहीदे हां, वड्डे कथ च नहीं चाहिए, असीं छोटी मंडली च चाहिए हां। परमेश्वर ने हमेशा ही छोटी मंडली को प्यार किया है। हालेलुया। आपां वचन भी सुनाया सीगा कि परमेश्वर ने हमेशा भीड़ को प्यार नहीं किया, उन्हें चेलियां को प्यार किया। जो भी किते भीड़ तो अलग होए उन्हें चेलियां दे नाल ही गल कीती, भीड़ दे नाल गल नहीं कीती। जिहड़ी दुनिया है भीड़ आ, ते जे असीं इस दुनिया दे विचों अलग हो गए तो साडे नाल गलबात करनगे। ते जे असीं दुनिया दे विच रह के चले, वो असीं पढ़ के गए हां कि जिहदा संसार दे नाल प्रेम आ, परमेश्वर दे नाल की आ उहदा वैर। सो पैर होनी चाहिए परमेश्वर नूं हर एक काम दे विच। करके देखो इदां, फिर देखो तुहाडे सिस्टम किदां चेंज होंदे हैं। फिर दस्सो तुसीं कई भी की हुंदा है कि साडा कोई दुनियावी काम साडे सामने आ गया, असीं परमेश्वर के काम तो की कर जाते हैं, अनगिनती कर जाते हैं। असीं कहते हैं कि कोई गल नहीं, पहला असीं आह काम कर लईए, आज परमेश्वर का काम ना करना या फिर कर लांगे। नहीं, जिहड़े समय ते निगमित होया, जेकर पहला ओहदा ऑर्डर आया ते पहला ओही कर, दूसरे नूं छड्ड दे। वो काम तेरा आपे परमेश्वर करूगा। देखियो वो काम भी नहीं रुकूगा, तो वो भी उसे समय हो जाना नाल ही। हालेलुया। करके देखो, कदे परमेश्वर को पहल दे के देखो हर एक चीज दे विच, ते देखियो फिर तुहाडीआं जिंदगियां दे विच किहड़े-किहड़े काम होंदे, तुहाडीआं मिनिस्ट्रियां दे विच किड्डे वड्डे चमत्कार होंदे। देखियो फिर तुसीं बने रहांगे ਉਹਦੇ ਵਿੱਚ ਤੇ ਸਭ ਕੁਝ ਹੀ ਆ। ਜੇਕਰ ਅਸੀਂ ਕਹਿੰਦੇ ਅਸੀਂ ਉਹਦੇ ਵਿੱਚ ਵੀ ਬਣੇ ਰਹੀਏ ਤੇ ਦੁਨੀਆ ਦੇ ਵਿੱਚ ਵੀ ਬਣੇ ਰਹੀਏ, ਆਪਦੇ ਐਸ਼ੋ-ਆਰਾਮ ਵੀ ਪੂਰੇ ਕਰੀਏ, ਆਪਦੇ ਸ਼ੌਂਕ ਵੀ ਪੂਰੇ ਕਰੀਏ, ਔਰ ਅਸੀਂ ਪਾਠਰ ਵੀ ਗਵਾਈਏ। ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਓ, ਇਹ ਗੱਲਾਂ ਜਿਹਦਾ ਸਿੱਖ ਲਈਆਂ ਨਾ ਤੁਸੀਂ, ਮੈਂ ਤੁਹਾਨੂੰ ਦੱਸਦਾ ਕਿ ਕੋਈ ਵੀ ਪਾਠਰ ਤੁਹਾਨੂੰ ਕੱਟ ਆਫ ਨਹੀਂ ਕਰੂਗਾ, ਕਿਉਂਕਿ ਤੁਸੀਂ ਆਤਮਾ ਦੇ ਵਿੱਚ ਸਿੱਖੋਗੇ। ਹਾਲੇਲੂਇਆ। भी असी आप ही ऐशो आराम भी फुल रखिए और पास्टर भी गवाइए, काम भी वो करिए जिहड़ा साडा जी करदा असीं वो करिए, और असीं पास्टर भी गवाइए। हुण कई काम दुनिया दे विच अजिहे आ, साडी लाइफ दे विच भी अजिहे आ काम जिन्हां तो परमेश्वर की करदा है, नफरत करदा, घृणा करदा है, और आपां उन्हां कामां नूं जाणदे भी होंदे। ऐडी भी नहीं गल कि असीं जाणदे नहीं, पर साडी सोच की होती आ भी कोई गल नहीं, हौली हौली बना लांगे। नहीं, परमेश्वर कहता जेकर तेरी एक उंगली खराब आ ना, कहता ये तो बेहतर कोई उंगली वट के सट दे के तेरा पूरा ही हाथ खराब हो जाए। कहता मीनिंग कि जेकर तेरी जिंदगी दे विच कोई एक कमी आ, हुण कहता मौका है उस कमी नूं बढ़ दे। कहता ये ना होवे कि हौली हौली किते तेरा पूरा जीवन ही नाश हो जाएगा। हालेलुया।
ਇਸ ਕਰਕੇ ਹੁਣ ਤੁਸੀਂ ਮਨੈਕਰੀ ਦੇ ਵਿੱਚ ਚੱਲੇ ਆ। ਜੋ ਸਾਨੂੰ ਲੱਗਦਾ ਹੈ ਕਿ ਸਾਡੇ ਸਰੀਰਾਂ ਦੇ ਵਿੱਚ, ਸਾਡੀਆਂ ਜੀਵਨਾਂ ਦੇ ਵਿੱਚ ਕਮੀਆਂ ਪੇਚੀਆਂ ਹੈਗੀਆਂ ਹੈ, ਉਹਨੂੰ ਪਰਮੇਸ਼ਰ ਦੇ ਸਾਹਮਣੇ ਅੰਗੀਕਾਰ ਕਰਕੇ ਛੱਡਣਾ ਸ਼ੁਰੂ ਕਰੋ। ਅੱਜ ਤੋਂ ਬਣਾਉਣਾ ਸ਼ੁਰੂ ਕਰ ਦਿਓ ਤੇ ਨਾਲ ਦੀ ਨਾਲ ਹੀ ਦੇਖੋ ਤੁਹਾਡੇ ਲਈ ਰਸਤੇ ਵੀ ਖੁੱਲਣੇ ਸਟਾਰਟ ਹੋ ਜਾਣੇ ਆ। ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਹੈਗੀ, ਕੋਈ ਵੀ ਸਖਤ ਮਿਹਨਤ ਦੀ ਲੋੜ ਨਹੀਂ ਹੈਗੀ, ਸਿਰਫ ਵਚਨ ਨੂੰ ਮੰਨਣਾ ਸ਼ੁਰੂ ਕਰ ਦਿਓ ਬਸ। ਹਾਲੇਲੂਇਆ। ਤੇ ਮਿਹਨਤ ਜਦੋਂ ਤੁਸੀਂ ਸੱਚਮੁੱਚ ਆਤਮਾ ਦੇ ਵਿੱਚ ਹੋਗੇ ਤੇ ਮਿਹਨਤ ਤਾਂ ਦੇਖਿਓ, ਫਿਰ ਤੁਸੀਂ ਉੱਠਣਾ ਹੀ ਨਹੀਂ ਮਿਹਨਤ ਕਰਨ ਤੋਂ, ਲੋਕ ਤੁਹਾਨੂੰ ਉਠਾਉਣਗੇ। ਤੁਸੀਂ ਕਹਿਣਾ ਨਹੀਂ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਨੂੰ ਨਾ ਉਠਾਇਓ, ਅਸੀਂ ਪ੍ਰਾਰਥਨਾ ਦੇ ਵਿੱਚ ਬੈਠੇ ਆ। ਤੁਸੀਂ ਖੁਦ ਕਹੋਗੇ। ਹਾਲੇਲੂਇਆ। ਉਦੋਂ ਦਿਲ ਕਰਦਾ ਮਿਹਨਤ ਕਰਨ ਨੂੰ ਜਦੋਂ ਅਸੀਂ ਸੱਚਮੁੱਚ ਆਤਮਾ ਦੇ ਵਿੱਚ ਮਜ਼ਬੂਤ ਹੋ ਗਏ। ਹਜੇ ਅਸੀਂ ਢਿੱਲੇ ਆ। ਔਰ ਹੁਣ ਜੋ ਸਾਡੀ ਜ਼ਿੰਦਗੀ ਦੇ ਵਿੱਚ ਆਪਣਾ ਪਰਮੇਸ਼ਰ ਨੇ ਪੂਰੀ ਦੁਨੀਆ ਦੇ ਸਾਹਮਣੇ ਸਾਨੂੰ ਆਪਣੇ ਦਾਸ ਘੋਸ਼ਿਤ ਕਰ ਦਿੱਤਾ। ਹਾਂਜੀ ਅਸੀਂ ਛੱਡਦੇ ਆ ਤੇ ਤਾਂ ਵੀ ਲੋਕਾਂ ਦੀਆਂ ਗੱਲਾਂ ਐ, ਲੋਕ ਠੱਠੇ ਡਾਉਣਗੇ ਸਾਡੇ ਵੀ ਤੇ ਪਰਮੇਸ਼ਰ ਦੇ ਵੀ। ਉੱਡਣਗੇ ਕਿ ਨਹੀਂ ਉੱਡਣਗੇ ਗੱਲਾਂ ਜੀ? ਅੱਜ ਜੇ ਅਸੀਂ ਮਨੈਕਟਰੀ ਛੱਡਤੀ, ਲੋਕ ਠੱਠੇ ਡਾਉਣਗੇ ਸਾਡੇ ਵੀ ਤੇ ਪਰਮੇਸ਼ਰ ਦੇ ਵੀ। ਔਰ ਜੇ ਅਸੀਂ ਵਾਧੇ ਆ ਲੋਕਾਂ ਵਿੱਚ ਵੀ ਬੱਲੇ ਬੱਲੇ ਤੇ ਪਰਮੇਸ਼ਰ ਦੇ ਵਿੱਚ ਵੀ ਬੱਲੇ ਬੱਲੇ, ਤੇ ਸ਼ੈਤਾਨ ਤੁਹਾਡੇ ਪੈਰਾਂ ਥੱਲੇ ਫਿਰ ਆਟੋਮੈਟਿਕਲੀ। ਹਾਲੇਲੂਇਆ। ਸੋ ਜੇ ਗਰਮਾ ਤੇ ਗਰਮ ਹੋ ਜਾਓ, ਦੱਬ ਕੇ ਗਰਮ ਹੋ ਜਾਓ। ਠੰਡ ਵਾਲੇ ਪਾਸੇ ਨੂੰ ਨਹੀਂ ਜਾਣਾ, ਠੰਡੇ ਪਾਸੇ ਨੂੰ ਨਹੀਂ ਜਾਣਾ। ਸੋ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਗਰਮ ਹੋਵੋ, ਤੁਹਾਡਾ ਸੇਕ ਵੇਖ ਕੇ ਲੋਕ ਤੁਹਾਡੇ ਕੋਲ ਆਉਣ। ਹਾਲੇਲੂਇਆ। ਚਲੋ ਜ਼ਿਆਦਾ ਸਮਾਂ ਨਹੀਂ ਲੈਣਾ, ਤੁਸੀਂ ਸਾਰਿਆਂ ਨੇ ਬੋਲਣਾ ਹੈ। ਚਲੋ ਸਪਾਸਟਰ ਗੁਰਨਾਮ ਜੀ ਨੂੰ ਮੈਂ ਕਹੂੰਗਾ ਕਿ ਜੋ ਵੀ ਮੈਂ ਦੱਸਿਆ, ਜੇ ਇਹਨਾਂ ਨੂੰ ਕੋਈ ਡਾਊਟ ਲੱਗਾ ਜਾਂ ਕੁਝ ਵੀ ਰੀਜਨ ਆਉਂਦੇ ਤਾਂ ਦੱਸਣ। ਹਾਂਜੀ ਗੁਰਨਾਮ ਜੀ।